मतलब इस भौतिक जगत की मैली चेतना तो मुक्त होना है और शुद्ध चेतना में प्रवेश करना है। मुक्ति मीन्स लिबरेशन फ्रॉम द contaminated consciousness of this material world and situation in pure consciousness। ਭਗਵਤ ਗੀਤਾ ਦੇ ਸਾਰੇ ਉਪਦੇਸ਼ਾਂ ਦਾ ਮੰਤਵ ਇਸ ਸੁੱਧ ਚੇਤਨਾ ਨੂੰ ਜਾਗਰਤ ਕਰਨਾ ਹੈ। ਇਸ ਲਈ ਕ੍ਰਿਸ਼ਨ ਅਰਜਨ ਨੂੰ ਇਹ ਪ੍ਰਸ਼ਨ ਕਰਦੇ ਹਨ ਕਿ ਉਹ ਸੁੱਧ ਚੇਤਨਾ ਨੂੰ ਪ੍ਰਾਪਤ ਹੋਇਆ ਹੈ ਜਾਂ ਨਹੀਂ। ਸੁੱਧ ਚੇਤਨਾ ਦਾ ਅਰਥ ਹੈ ਕਿ ਭਗਵਾਨ ਦੇ ਉਦੇਸ਼ ਅਨੁਸਾਰ ਕੰਮ ਕਰਨਾ। Purified consciousness means acting in accordance with the instructions of the God। ਸੁੱਧ ਚੇਤਨਾ ਦਾ ਅਰਥ ਹੈ ਸਾਰ ਹੈ ਕਿ ਭਗਵਾਨ ਦਾ ਅੰਸ਼ ਹੋਣ ਦੇ ਕਾਰਨ ਸਾਡੇ ਵਿੱਚ ਚੇਤਨਾ ਪਹਿਲਾਂ ਤੋਂ ਹੀ ਹੈ, ਲੇਕਿਨ ਸਾਡੇ ਵਿੱਚ ਨਕਾਰਾਤਮਕ ਗੁਣ ਪਾਏ ਜਾਂਦੇ ਹਨ। ਪਰ ਭਗਵਾਨ ਪਰਮੇਸ਼ਰ ਹੋਣ ਕਰਕੇ ਕਦੇ ਵੀ ਪਰੇਸ਼ਾਨ ਨਹੀਂ ਹੁੰਦੇ। ਭਗਵਾਨ ਪਰਮੇਸ਼ਰ ਹੋਣ ਕਰਕੇ ਕਦੇ ਵੀ ਪਰੇਸ਼ਾਨ ਨਹੀਂ ਹੁੰਦੇ। ਪਰਮੇਸ਼ਰ ਔਰ ਸੁੱਧ ਆਤਮਾ ਵਿੱਚ ਇਹੀ ਫਰਕ ਹੈ। That is the difference between the Supreme Lord and the small individual souls। ये चेतना की है। What is the consciousness? What is the consciousness? This consciousness is I am. Then what am I? An contaminated consciousness। I am means I am the Lord of all। I survey, I am the enjoyer। इस चेतना की है, ये है मैं हाँ ते फिर मैं हाँ की है। मैली चेतना विच मैं हाँ का अर्थ है कि मैं सर्वे सर्वा हाँ, मैं ही भोक्ता हाँ। ਇਹ ਸਰੀਰ ਚਲਾਇਮਾਨ ਹੈ। ਹਰੇਕ ਜੀਵ ਸੋਚਦਾ ਹੈ ਕਿ ਉਹ ਇਸ ਭੌਤਿਕ ਜਗਤ ਦਾ स्वामी है, मटेरियल वर्ल्ड ਦਾ स्वामी है और श्रेष्ठ है। मटेरियल वर्ल्ड ਦੇ ਦੋ ਵਿਭਾਗ ਹਨ। ਇੱਕ ਦੇ ਅਨੁਸਾਰ ਮੈਂ ਹੀ श्रेष्ठ ਹਾਂ और दूसरे अनुसार मैं ही भोगता ਹਾਂ। Material consciousness has two passive divisions. One is that I am the creator and other is that I am the enjoyer and living entity, being part and parcel of the Supreme Lord, is neither the creator nor the enjoyer but a corporator। He is the created, he is the created and the enjoyed। For instance, a part of a machine cooperates with the whole machine। A part of the body cooperates with the whole body। The hands, legs, eyes and so on are all parts of the body, but they are not actually the enjoyers। The stomach is the enjoyer। The legs move, the hands supply food, the teeth chew, and all parts of the body are engaged in satisfying the stomach। वास्तविक परमेश्वर श्रेष्ठ और भोक्ता है और परमेश्वर का अंश होने के कारण जीव ना तो श्रेष्ठ है ना भोक्ता है, ये केवल सहयोगी है। उदाहरण ले, मशीन का कोई भी एक पार्ट सारी मशीन लिए काम करता है। इसी तरह शरीर का कोई एक अंग पूरे शरीर लिए काम और सहयोग करता है। हाथ पैर अखां आदि शरीर के अंग हैं, लेकिन वास्तविक भोक्ता नहीं है। भोक्ता तो केवल पेट है।
ਪੈਰ ਚੱਲਦੇ ਹਨ, ਹੱਥ ਭੋਜਨ ਦਿੰਦੇ ਹਨ, ਦੰਦ ਭੋਜਨ ਚਬਾਉਂਦੇ ਹਨ ਔਰ ਸਰੀਰ ਦੇ ਸਾਰੇ ਅੰਗ ਪੇਟ ਨੂੰ ਸੰਤੁਸ਼ਟ ਕਰਨ ਵਿੱਚ ਹੀ ਲੱਗੇ ਰਹਿੰਦੇ ਹਨ। ਕਿਉਂਕਿ ਪੇਟ ਹੀ ਪ੍ਰਧਾਨ ਪਾਲਣ ਕਰਤਾ ਹੈ, ਜੋ ਸਰੀਰ ਰੂਪੀ ਕਲਬੂਤ ਦੀ ਪਾਲਣ ਪੋਸ਼ਣ ਕਰਦਾ ਹੈ। ਇਸ ਕਰਕੇ ਸਾਰੀਆਂ ਵਸਤੂਆਂ ਪੇਟ ਨੂੰ ਦਿੱਤੀਆਂ ਜਾਂਦੀਆਂ ਹਨ ਔਰ ਪੇਟ ਸਰੀਰ ਦੇ ਸਾਰੇ ਅੰਗਾਂ ਨੂੰ ਲੋੜੀਂਦੀ ਸ਼ਕਤੀ ਪ੍ਰਦਾਨ ਕਰਦਾ ਹੈ। ਜੜ੍ਹਾਂ ਨੂੰ ਸਿੰਚਾਈ ਕਰਕੇ ਪੌਦਿਆਂ ਨੂੰ ਪਾਲਣ ਪੋਸ਼ਣ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਪੇਟ ਭਰ ਕੇ ਸਰੀਰ ਦਾ ਪਾਲਣ ਪੋਸ਼ਣ ਹੁੰਦਾ ਹੈ। ਜੇ ਸਰੀਰ ਨੂੰ ਸਵਸਥ ਰੱਖਣਾ ਹੈ ਤਾਂ ਸਰੀਰ ਦੇ ਸਾਰੇ ਅੰਗਾਂ ਨੂੰ ਪੇਟ ਭਰਨ ਲਈ ਸਹਿਯੋਗ ਦੇਣਾ ਪਵੇਗਾ। ਇਸੇ ਤਰ੍ਹਾਂ ਪਰਮੇਸ਼ਰ ਹੀ ਭੋਗਤਾ ਹੈ। ਪ੍ਰਭੂ ਪਰਮੇਸ਼ਰ ਪਰਮਾਤਮਾ ਹੀ ਭੋਗਤਾ ਹੈ ਔਰ ਸ੍ਰੇਸ਼ਟ ਹੈ ਔਰ ਉਸਦੇ ਅਧੀਨ ਅਸੀਂ ਉਸ ਨੂੰ ਪ੍ਰਸੰਨ ਕਰਨ ਲਈ ਹਾਂ। ਉਸਦੇ ਨਹੀਂ, ਇਸ ਨੂੰ ਪ੍ਰਸੰਨ ਕਰਨ ਲਈ ਹਾਂ। ਇਸ ਦੇ ਸਹਿਯੋਗ ਨਾਲ ਸਾਨੂੰ ਲਾਭ ਹੁੰਦਾ ਹੈ। ਠੀਕ ਇਸੇ ਤਰ੍ਹਾਂ ਜਿਸ ਤਰ੍ਹਾਂ ਪੇਟ ਦੁਆਰਾ ਭੋਜਨ ਰਾਹੀਂ ਸਾਰੇ ਅੰਗਾਂ ਨੂੰ ਲਾਭ ਪਹੁੰਚਦਾ ਹੈ। ਜੇ ਹੱਥ ਦੀਆਂ ਉਂਗਲਾਂ ਸੋਚਣ ਕੇ ਪੇਟ ਨੂੰ ਭੋਜਨ ਨਾ ਦੇ ਕੇ ਖੁਦ ਹੀ ਭੋਜਨ ਸੇਵਨ ਕਰ ਲਿਆ ਜਾਵੇ ਤਾਂ ਉਹਨਾਂ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪਵੇਗਾ। ਇਹ ਸਹਿਯੋਗ ਦੇ ਕਾਰਨ ਹੀ ਉਹ ਭੋਗ ਕਰਦੇ ਹਨ। ਇਹ ਸੰਬੰਧ ਸਵਾਮੀ ਔਰ ਸੇਵਕ ਵਰਗਾ ਹੈ। ਜਦ ਸਵਾਮੀ ਸੰਤੁਸ਼ਟ ਹੁੰਦਾ ਹੈ ਤਾਂ ਸੇਵਕ ਵੀ ਸੰਤੁਸ਼ਟ ਹੁੰਦਾ ਹੈ। ਇਸ ਕਰਕੇ ਸਵਾਮੀ ਜਾਨੀ ਪਰਮੇਸ਼ਰ ਨੂੰ ਸੰਤੁਸ਼ਟ ਰੱਖਣਾ ਚਾਹੀਦਾ ਹੈ। ਸਵਾਮੀ ਜਾਨੀ ਪਰਮੇਸ਼ਰ ਇਹ ਇੱਕ ਈਸ਼ਵਰ ਅੱਲਾਹ ਗॉड ਪਰਮਾਤਮਾ ਰੱਬ ਕੁਲ ਮਾਲਕ ਸਾਈਂ, ਸਾਨੂੰ ਇਸ ਨੂੰ ਸੰਤੁਸ਼ਟ ਰੱਖਣਾ ਚਾਹੀਦਾ ਹੈ। ਇਸ ਦੀ ਸੰਤੁਸ਼ਟੀ ਵਿੱਚ ਹੀ ਸਭ ਕੁਝ ਠੀਕ ਹੈ। ਇਸ ਦੀ ਸੰਤੁਸ਼ਟੀ ਨਾਲ ਹੀ ਜੀ ਸੰਤੁਸ਼ਟ ਹੈ। ਭਗਵਦ ਗੀਤਾ ਕਹਿ ਰਹੀ ਹੈ ਕਿ ਭਗਵਾਨ ਹੀ ਪੂਰਨ ਹੈ, ਸਰਵ ਵਿਆਪਕ ਹੈ, ਜਿਸ ਵਿੱਚ ਪਰਮ ਨਿਰੰਤਰਤਾ ਜੀਵ ਦ੍ਰਿਸ਼ਟਮਾਨ ਜਗਤ ਸਾਖਸ਼ਾਤ ਕਾਲ ਔਰ ਕਰਮ ਵਿਧੀ ਹੈ। ਇਹਨਾਂ ਸਾਰਿਆਂ ਦੀ ਵਿਆਖਿਆ ਇਸ ਦੇ ਮੂਲ ਪਾਠ ਵਿੱਚ ਕੀਤੀ ਗਈ ਹੈ। ਇਹ ਸਭ ਮਿਲ ਕੇ ਪਰਮ ਪੂਰਨ ਦਾ ਨਿਰਮਾਣ ਕਰਦੇ ਹਨ ਔਰ ਇਹ ਪਰਮ ਬ੍ਰਹਮ ਜਾਂ ਪਰਮ ਸੱਤੇ ਕਹਿਲਾਂਦਾ ਹੈ। ਇਹ ਪਰਮ ਸੱਤੇ ਪੂਰਨ ਪਰਸੋਤਮ ਭਗਵਾਨ ਸ੍ਰੀ ਕ੍ਰਿਸ਼ਨ ਹੀ ਹੈ। ਉਹ ਹੀ ਪੂਰਨ ਹੈ ਔਰ ਇਸ ਇੱਕ ਦੀ ਪੂਰਨਤਾ ਵਿੱਚ ਹੀ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਰਨਤਾ ਹੈ। All of these taken completely from the complete whole, and the complete whole is called the supreme absolute truth. The complete absolute truth are the complete personality of Godhead. Sri Krishna, all manifestations are due to his difference. He is the complete whole. So, सनातन धर्म, सनातन जीव, सनातन की है ਹੁਣ ਗੱਲ, ਕਿਉਂਕਿ ਇਹ ਭਾਗਵਤ, ਇਹ ਹਿੰਦੂ ਲੋਕ ਆਪਣੇ ਆਪ ਨੂੰ ਸਨਾਤਨੀ ਸਮਝਦੇ ਆ। ਇਹ ਹਿੰਦੂ ਕਮਿਊਨਿਟੀ ਆਪਣੇ ਆਪ ਨੂੰ ਸਨਾਤਨੀ ਸਮਝਦੀ ਹੈ, ਲੇਕਿਨ ਸਨਾਤਨ ਦਾ ਮਤਲਬ ਜਾਣ ਕੇ ਆਪ ਜੀ ਨੂੰ ਬਹੁਤ ਜ਼ਿਆਦਾ ਕਲੈਰਿਟੀ ਹੋਏਗੀ। ਇਹ ਜੀਵ ਸਨਾਤਨ ਨੂੰ ਜ਼ਰੂਰ ਜਾਣ। ਅਗਰ ਤੂੰ ਸਨਾਤਨ ਨੂੰ ਜਾਣ ਜਾਏਗਾ ਤਾਂ ਸਮਝ ਲੈ ਤੇਰਾ ਸਾਰਾ ਹੀ ਮਸਲਾ ਹੱਲ ਹੋ ਗਿਆ। ਇਸ ਸਿੱਖ ਦੇ ਵੀ ਦਰਸ਼ਨ ਕਰ ਲੇਗਾ, ਮੋਕਸ਼ ਦੀ ਪ੍ਰਾਪਤੀ ਵੀ ਕਰ ਲੇਗਾ। ਸੋ ਸਨਾਤਨ ਧਰਮ, ਸਨਾਤਨ ਜੀਵ, ਸਨਾਤਨ ਕੀ ਹੈ? ਸਨਾਤਨ ਮਤਲਬ ਸਦਾ ਰਹਿਣ ਵਾਲਾ, ਸਦਾ ਸੱਚ। ਸਨਾਤਨ ਧਰਮ ਭਾਵ ਸਦਾ ਰਹਿਣ ਵਾਲਾ ਸੱਚਾ ਧਰਮ। ਸਨਾਤਨ ਜੀਵ ਭਾਵ ਜੀਵ ਆਤਮਾ ਸਦਾ ਰਹਿਣ ਵਾਲੀ ਅਟਲ ਸੱਚਾਈ ਹੈ। ਹੁਣ ਇਹਨਾਂ ਤਿੰਨਾਂ ਗੱਲਾਂ ਦਾ ਆਪ ਜੀ ਨੂੰ ਸਮਝਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਦਾਸ ਦੁਬਾਰਾ ਰਿਪੀਟ ਕਰਦਾ ਹੈ। ਸਨਾਤਨ ਮਤਲਬ ਸਦਾ ਰਹਿਣ ਵਾਲਾ, ਸਦਾ ਸੱਚ। ਸਨਾਤਨ ਧਰਮ ਭਾਵ ਸਦਾ ਰਹਿਣ ਵਾਲਾ ਸੱਚਾ ਧਰਮ। ਸਨਾਤਨ ਜੀਵ ਭਾਵ ਜੀਵ ਆਤਮਾ ਸਦਾ ਰਹਿਣ ਵਾਲੀ ਅਟਲ ਸੱਚਾਈ ਹੈ। ਸਨਾਤਨ ਆਦਿ ਤੋਂ ਲੈ ਕੇ ਅੰਤ ਤੱਕ ਹੈ। ਸਨਾਤਨ ਧਰਮ ਦੇ ਇਤਿਹਾਸ ਦਾ ਆਦਿ ਤੋਂ ਅੰਤ ਕੋਈ ਨਹੀਂ ਹੈ।
ਇਹ ਸਦਾ ਜੀਵ ਆਤਮਾ ਦੇ ਨਾਲ ਚੱਲਦਾ ਰਹਿੰਦਾ ਹੈ। ਇਸ ਕਰਕੇ ਮੇਰੇ ਹਿੰਦੂ ਵੀਰਾਂ ਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਟੋਟਲੀ ਕਿਸੇ ਹੋਰ ਧਰਮ ਦੀ, ਮੁਸਲਮਾਨ, ਸਿੱਖ ਜਾਂ ਈਸਾਈ ਵੀ ਸਭ ਸਨਾਤਨੀ ਹਨ। ਇਹ ਸਨਾਤਨ ਧਰਮ ਇਹ ਸਦਾ ਜੀਵ ਆਤਮਾ ਦੇ ਨਾਲ ਚੱਲਦਾ ਰਹਿੰਦਾ ਹੈ। ਭਾਗਵਤ ਗੀਤਾ ਡਿਕਲੇਰੇਸ਼ਨ ਦੇ ਰਹੀ ਹੈ ਇੱਥੇ। ਸੋ ਪ੍ਰਮਾਣਿਕ ਸ਼ਾਸਤਰਾਂ ਦਾ ਕਥਨ ਹੈ ਕਿ ਜੀਵ ਦਾ ਜਨਮ ਹੁੰਦਾ ਹੈ, ਜੀਵ ਦਾ ਨਾ ਜਨਮ ਹੁੰਦਾ ਹੈ ਨਾ ਹੀ ਮੌਤ। ਗੀਤਾ ਵਿੱਚ ਕਿਹਾ ਗਿਆ ਹੈ ਕਿ ਜੀਵ ਨਾ ਤਾਂ ਕਦੇ ਜਨਮਦਾ ਹੈ ਔਰ ਨਾ ਮਰਦਾ ਹੈ। ਇਹ ਸਦਾ ਸਾਖਾਤ ਔਰ ਅਵਿਨਾਸ਼ੀ ਹੈ। ਆਪ ਜੀ ਨੂੰ ਇਹ ਸਮਝ ਆ ਗਈ ਹੋਵੇਗੀ ਕਿ ਇਹ ਸਰੀਰ ਮਰਦਾ ਹੈ, ਜੀਵ ਆਤਮਾ ਨਹੀਂ ਮਰਦੀ। ਜੀਵ ਆਤਮਾ ਅਮਰ ਹੈ। ਇਹ ਸਦਾ ਸਾਖਾਤ ਔਰ ਅਵਿਨਾਸ਼ੀ ਹੈ, ਇਹਦਾ ਨਾਸ਼ ਨਹੀਂ ਹੁੰਦਾ। ਔਰ ਇਹ ਸਰਨ ਬੰਗੂਰ ਸਰੀਰ ਦੇ ਖਤਮ ਹੋ ਜਾਣ ਤੋਂ ਬਾਅਦ ਵਿੱਚ ਵੀ ਰਹਿੰਦਾ ਹੈ। ਇਹ ਜੀਵ ਆਤਮਾ ਇਹ ਸਰੀਰ ਦੇ ਖਤਮ ਹੋਣ ਤੋਂ ਬਾਅਦ ਵਿੱਚ ਵੀ ਰਹਿੰਦਾ ਹੈ। ਸਨਾਤਨ ਧਰਮ ਦੇ ਸਰੂਪ ਪ੍ਰਸੰਗ ਨਾਲ ਸਾਨੂੰ ਧਰਮ ਦੀ ਧਾਰਨਾ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਸੋ ਧਰਮ ਦਾ ਅਰਥ ਹੈ ਜੋ ਪਦਾਰਥ ਸਦਾ ਰਹਿੰਦਾ ਹੈ। ਜਿਸ ਤਰ੍ਹਾਂ ਅਸੀਂ ਮਤਲਬ ਕੱਢਦੇ ਹਾਂ ਕਿ ਅਗਨੀ ਦੇ ਨਾਲ ਅਗਨੀ ਦਾ ਸੇਕ ਔਰ ਪ੍ਰਕਾਸ਼ ਸਦਾ ਰਹਿੰਦੇ ਹਨ। ਅਗਨੀ ਦੇ ਨਾਲ ਅਗਨੀ ਦਾ ਸੇਕ ਤੇ ਪ੍ਰਕਾਸ਼ ਦੋਨੋਂ ਰਹਿੰਦੇ ਹਨ। ਸੇਕ ਔਰ ਪ੍ਰਕਾਸ਼ ਤੋਂ ਬਗੈਰ ਅਗਨੀ ਸ਼ਬਦ ਦਾ ਕੋਈ ਅਰਥ ਹੀ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਸਾਨੂੰ ਜੀਵ ਦੇ ਉਸ ਜ਼ਰੂਰੀ ਅੰਗ ਨੂੰ ਲੱਭਣਾ ਚਾਹੀਦਾ ਹੈ ਜਿਸ ਦਾ ਕੋਈ ਚਿਰ ਸਹਿਚੇਰ ਹੈ। ਇਹ ਚਿਰ ਸਹਿਚੇਰ ਉਸ ਦਾ ਸਾਖਾਤ ਗੁਣ ਹੈ ਔਰ ਇਹ ਸਾਖਾਤ ਗੁਣ ਹੀ ਉਸ ਦਾ ਧਰਮ ਹੈ। ਆਪ ਜੀ ਨੂੰ ਸਮਝ ਆ ਗਈ ਹੋਏਗੀ। ਦਾਸ ਫਿਰ ਦੁਬਾਰਾ ਬੋਲ ਦਿੰਦਾ ਹੈ ਕਿ ਜਿਸ ਤਰ੍ਹਾਂ ਅਸੀਂ ਮਤਲਬ ਕੱਢਦੇ ਹਾਂ ਕਿ ਅਗਨੀ ਦੇ ਨਾਲ ਅਗਨੀ ਦਾ ਸੇਕ ਔਰ ਪ੍ਰਕਾਸ਼ ਸਦਾ ਰਹਿੰਦੇ ਹਨ। ਸੇਕ ਔਰ ਪ੍ਰਕਾਸ਼ ਤੋਂ ਬਗੈਰ ਅਗਨੀ ਸ਼ਬਦ ਦਾ ਕੋਈ ਅਰਥ ਨਹੀਂ ਹੁੰਦਾ ਹੈ। ਇਸੇ ਤਰ੍ਹਾਂ ਹੀ ਸਾਨੂੰ ਜੀਵ ਦੇ ਉਸ ਜ਼ਰੂਰੀ ਅੰਗ ਨੂੰ ਲੱਭਣਾ ਚਾਹੀਦਾ ਹੈ ਜਿਸ ਦਾ ਕੋਈ ਚਿਰ ਸਹਿਚੇਰ ਹੈ। ਇਹ ਚਿਰ ਸਹਿਚੇਰ ਉਸ ਦਾ ਸਾਖਾਤ ਗੁਣ ਹੈ ਔਰ ਇਹ ਸਾਖਾਤ ਗੁਣ ਹੀ ਉਸ ਦਾ ਧਰਮ ਹੈ। ਸदैव ਸਦਾ ਸੇਵਾ। ਸਨਾਤਨ ਧਰਮ ਕਿਸੇ ਸੰਪਰਦਾਇਕ ਧਰਮ ਪਦਵੀ ਦਾ ਸੂਚਕ ਨਹੀਂ ਹੈ। ਇਹ ਤਾਂ ਪਰਮੇਸ਼ਰ ਦੇ ਨਾਲ ਹਮੇਸ਼ਾ ਜੀਵਾਂ ਦੇ ਬਰਾਬਰ ਕਰਨ ਧਰਮ ਦਾ ਸੂਚਕ ਹੈ। ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਇਹ ਜੀਵ ਦੇ ਨਿਤ ਧਰਮ ਵ੍ਰਿਤੀ ਬਾਰੇ ਦੱਸਦਾ ਹੈ ਜਿਸ ਦਾ ਨਾ ਕੋਈ ਆਦ ਹੈ ਨਾ ਕੋਈ ਅੰਤ ਹੈ। ਇੰਗਲਿਸ਼ ਦਾ ਰਿਲੀਜਨ ਸ਼ਬਦ ਸਨਾਤਨ ਧਰਮ ਤੋਂ ਥੋੜਾ ਅਲੱਗ ਹੈ, ਹਟਕੇ ਹੈ। ਰਿਲੀਜਨ ਤੋਂ ਵਿਸਰਾਮ ਦਾ ਭਾਵ ਸੂਚਿਤ ਹੁੰਦਾ ਹੈ ਔਰ ਵਿਸਰਾਮ ਪਰਿਵਰਤਿਤ ਹੋ ਸਕਦਾ ਹੈ। ਵਿਸਰਾਮ ਵਿੱਚ ਪਰਿਵਰਤਨ ਹੋ ਸਕਦਾ ਹੈ। ਕਿਸੇ ਨੂੰ ਇੱਕ ਵਿਸ਼ੇਸ਼ ਵਿਧੀ ਵਿੱਚ ਵਿਸਰਾਮ ਹੋ ਸਕਦਾ ਹੈ ਔਰ ਉਹ ਵਿਸਰਾਮ ਨੂੰ ਬਦਲ ਸਕਦਾ ਹੈ। ਲੇਕਿਨ ਸਨਾਤਨ ਧਰਮ ਉਸ ਕਰਮ ਦਾ ਸੂਚਕ ਹੈ ਜੋ ਬਦਲਿਆ ਨਹੀਂ ਜਾ ਸਕਦਾ। ਉਹ ਆਦ ਤੋਂ ਅੰਤ ਤੱਕ ਇੱਕੋ ਜਿਹਾ ਹੈ। ਜਿਸ ਤਰ੍ਹਾਂ ਪਾਣੀ ਕੋਲੋਂ ਉਸ ਦੀ ਤਰਲਤਾ ਵੱਖਰੀ ਨਹੀਂ ਕੀਤੀ ਜਾ ਸਕਦੀ, ਅਗਨੀ ਕੋਲੋਂ ਉਸ ਦੀ ਉਸਮਾ, ਇਸੇ ਤਰ੍ਹਾਂ ਸਨਾਤਨ ਧਰਮ ਜੀਵ ਦਾ ਸਾਖਾਤ ਅੰਗ ਹੈ। ਅਸੀਂ ਸਭ ਜੀਵ ਸਨਾਤਨੀ ਹਾਂ। ਸਾਨੂੰ ਸਨਾਤਨ ਬਾਰੇ ਸਮਝ ਲੈਣਾ ਚਾਹੀਦਾ ਹੈ, ਬਹੁਤ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਜਿਸ ਦਾ ਕੋਈ ਆਦ ਔਰ ਅੰਤ ਨਾ ਹੋਏ ਉਹ ਸੰਪਰਦਾਇਕ ਨਹੀਂ ਹੋ ਸਕਦਾ, ਕਿਉਂਕਿ ਉਸ ਨੂੰ ਕਿਸੇ ਸੀਮਾ ਨਾਲ ਨਹੀਂ ਬੰਨਿਆ ਜਾ ਸਕਦਾ। ਜਿਸ ਦਾ ਸੰਬੰਧ ਕਿਸੇ ਸੰਪਰਦਾਇ ਨਾਲ ਹੁੰਦਾ ਹੈ ਉਹ ਸਨਾਤਨ ਧਰਮ ਨੂੰ ਵੀ ਸੰਪਰਦਾਇ ਮੰਨਣ ਦੀ ਭੁੱਲ ਕਰੇਗਾ।